हाँ जी स्टूडेंट्स, अज आपां करने करिकुलम डिवेलपमेंट दे विच चैप्टर पाठक्रम विच हिस्सेदार स्टैक होल्डरस इन करिकुलम। तां जिहड़ा करिकुलम है उस नूं बनाउण दे विच अनेकां ही संस्थावां, एजेंसियां ते व्यक्तियां दा जिहड़ा योगदान हुंदा है, जो इस करिकुलम नूं बनाउण दे विच अपना योगदान पाउंदे ने। तां सब तो पहिलां आपां करदे हां मीनिंग ऑफ स्टैक होल्डरस। ਤੇ ਇਹਦਾ ਅਰਥ ਕੀ ਹੈ? ਕਹਿੰਦੇ ਹਿੱਸੇਦਾਰ ਉਹ ਵਿਅਕਤੀ ਜਾਂ ਸੰਸਥਾਵਾਂ ਹੁੰਦੀਆਂ ਨੇ ਜੋ ਪਾਠਕ੍ਰਮ ਦੇ ਵਿੱਚ ਅੰਤਰ ਸੰਬੰਧਿਤ ਹੁੰਦੀਆਂ ਨੇ, ਉਸ ਪਾਠਕ੍ਰਮ ਨੂੰ ਬਣਾਉਣ ਤੇ ਲਾਗੂ ਕਰਨ ਦੇ ਵਿੱਚ ਆਪਣਾ ਮਹੱਤਵਪੂਰਨ ਜਿਹੜਾ ਯੋਗਦਾਨ ਨੇ ਉਹ ਪਾਉਂਦੀਆਂ ਨੇ। ਕਿਉਂਕਿ ਜਿਹੜਾ ਪਾਠਕ੍ਰਮ ਹੈ ਉਹ ਬਣਾਇਆ ਵੀ ਵਿਅਕਤੀਆਂ ਦੁਆਰਾ ਜਾਣਾ ਹੈ ਤੇ ਉਹ ਲਾਗੂ ਵੀ ਵਿਦਿਆਰਥੀਆਂ ਤੇ ਹੀ ਹੋਣਾ ਹੈ। ਤਾਂ ਇਸ ਤਰ੍ਹਾਂ ਸਿੱਖਿਆ ਦੇ ਵਿੱਚ ਹਿੱਸੇਦਾਰ ਉਹ ਵਿਅਕਤੀ ਹੁੰਦਾ ਹੈ ਜੋ ਕਿਸੇ ਨਾ ਕਿਸੇ ਢੰਗ ਦੁਆਰਾ ਪਾਠਕ੍ਰਮ ਨੂੰ ਬਣਾਉਣ ਅਤੇ ਲਾਗੂ ਕਰਨ ਦੇ ਵਿੱਚ ਆਪਣਾ ਸਹਿਯੋਗ ਕਰਦਾ ਅਤੇ ਲਾਭ ਪ੍ਰਾਪਤ ਕਰਦਾ। ਤਾਂ ਹਿੱਸੇਦਾਰਾਂ ਵਿੱਚ ਸ਼ਾਮਲ ਹੁੰਦੇ ਨੇ ਜੋ ਕਿਸੇ ਮਸਲੇ ਦੇ ਵਿੱਚ ਹਿੱਸਾ ਲੈਂਦੇ ਨੇ ਅਤੇ ਇਸ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ। ਤਾਂ ਜੋ ਵੀ ਜਿਹੜੇ ਵਿਅਕਤੀ ਨੇ ਜਾਂ ਏਜੰਸੀਆਂ ਨੇ ਇਸ ਪਾਠਕ੍ਰਮ ਨੂੰ ਬਣਾਉਣ ਦੇ ਵਿੱਚ ਆਪਣਾ ਰੋਲ ਅਦਾ ਕਰਦੀਆਂ ਨੇ, ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਸਟੂਡੈਂਟਸ, ਟੀਚਰਸ, ਪੇਰੈਂਟਸ, ਉੱਥੋਂ ਦਾ ਪ੍ਰਸ਼ਾਸਕ ਪ੍ਰਬੰਧ, ਮੈਂਬਰਸ ਆਫ ਸਕੂਲ ਬੋਰਡਸ ਅਤੇ ਆਊਟਸਾਈਡ ਇੰਟਰਸਟ ਗਰੁੱਪਸ। ਤਾਂ ਇਸ ਤੋਂ ਇਲਾਵਾ ਬਾਹਰੀ ਸੰਬੰਧਿਤ ਸਮੂਹ ਨੇ ਜਿਹੜੇ ਉਹ ਵੀ ਇਸ ਵਰਗ ਦੇ ਵਿੱਚ ਸ਼ਾਮਲ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਧਰਮ ਨਿਰਪੱਖ ਨਾਲ ਸੰਬੰਧਿਤ ਸਾਡੀਆਂ ਸੋਸ਼ਲਸ, ਪੋਲੀਟੀਕਲਸ ਪਾਰਟੀਆਂ ਨੇ ਜਿਹੜੀਆਂ ਇਸ ਦੇ ਵਿੱਚ ਐਡ ਹੁੰਦੀਆਂ ਨੇ। ਤਾਂ ਆਪਣੇ ਸਿਲੇਬਸ ਦੇ ਵਿੱਚ ਜਿਹੜੇ ਸ਼ਾਮਲ ਕੀਤੇ ਗਏ ਨੇ ਉਹ ਹੈਗੇ ਨੇ ਲਰਨਰ ਭਾਵ ਸਟੂਡੈਂਟ, ਟੀਚਰਸ ਅਤੇ ਪੇਰੈਂਟਸ, ਕਿ ਇਹਨਾਂ ਦਾ ਪਾਠਕ੍ਰਮ ਬਣਾਉਣ ਦੇ ਵਿੱਚ ਕੀ ਯੋਗਦਾਨ ਹੈ। ਤਾਂ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਲਰਨਰਸ ਐਜ ਏ ਸਟੈਕ ਹੋਲਡਰ ਇਨ ਕਰਿਕੂਲਮ। ਤਾਂ ਕਹਿੰਦੇ ਸਿਖਿਆਰਥੀ ਜਾਂ ਵਿਦਿਆਰਥੀ ਪਾਠਕ੍ਰਮ ਦਾ ਕੇਂਦਰ ਹੁੰਦੇ ਨੇ, ਕਿਉਂਕਿ ਜਿਹੜਾ ਪਾਠਕ੍ਰਮ ਹੈ, ਕਰਿਕੂਲਮ ਹੈ, ਉਹ ਵਿਦਿਆਰਥੀਆਂ ਨੂੰ ਹੀ ਪੜ੍ਹਾਇਆ ਜਾਣਾ ਹੈ। ਤਾਂ ਜਿਹੜੇ ਲਰਨਰ ਹੁੰਦੇ ਨੇ ਉਹ ਇਸ ਨੂੰ ਡਾਇਰੈਕਟ ਪ੍ਰਭਾਵਿਤ ਕਰਦੇ ਨੇ। ਤਾਂ ਹਰੇਕ ਪੱਧਰ ਉੱਤੇ ਇਹ ਸਿਖਿਆਰਥੀ ਹੀ ਹਨ ਜੋ ਆਪਣੀ ਕਿਰਿਆਸ਼ੀਲ ਅਤੇ ਪ੍ਰਤੱਖ ਸਹਿਭਾਗਤਾ ਦੁਆਰਾ ਪਾਠਕ੍ਰਮ ਨੂੰ ਚੰਗਾ ਜਾਂ ਮਾੜਾ ਬਣਾਉਂਦੇ ਨੇ। ਤਾਂ ਇਸ ਸੰਬੰਧੀ ਜਿਹੜੀ ਡੈਫੀਨੇਸ਼ਨ ਹੈ ਉਹ ਦਿੱਤੀ ਗਈ ਹੈ ਕਿ ਮੋਨਿਕ ਦੇ ਅਨੁਸਾਰ ਕਿ ਸਕੂਲ ਦੇ ਅਸਤਿਤਵ ਦਾ ਕਾਰਨ ਸਿਖਿਆਰਥੀ ਜਾਂ ਵਿਦਿਆਰਥੀ ਹੁੰਦੇ ਨੇ। ਜੀਵਨ ਦੀਆਂ ਵੱਖ-ਵੱਖ ਅਵਸਥਾਵਾਂ ਦਾ ਸਾਹਮਣਾ ਕਰਨ ਲਈ ਸਿਖਿਆਰਥੀਆਂ ਦੇ ਗਿਆਨ, ਕੌਸ਼ਲ, ਮਾਨਸਿਕ ਯੋਗਤਾ ਅਤੇ ਝੁਕਾਵਾਂ ਦੇ ਵਿਕਾਸ ਲਈ ਸਕੂਲ ਬਹੁਤ ਹੀ ਵੱਡੀ ਜ਼ਿੰਮੇਵਾਰੀ ਹੈ ਅਤੇ ਇਸ ਸਕੂਲ ਦੇ ਵਿੱਚ ਹੀ ਵਿਦਿਆਰਥੀਆਂ ਦੇ ਉੱਤੇ ਜਿਹੜਾ ਪਾਠਕ੍ਰਮ ਹੈ, ਕਰਿਕੂਲਮ ਹੈ, ਉਹ ਲਾਗੂ ਹੁੰਦਾ ਹੈ। ਤਾਂ ਇਸ ਤਰ੍ਹਾਂ ਵਿਦਿਆਰਥੀ ਨੇ ਜਿਹੜੇ ਉਹ ਇਸ ਨਾਲ ਡਾਇਰੈਕਟ ਸੰਬੰਧਿਤ ਹੁੰਦੇ ਨੇ। ਤਾਂ ਅੱਗੇ ਆਪਾਂ ਕਰਨੀਆਂ ਨੇਗੀਆਂ ਕਰੈਕਟਰਿਸਟਿਕਸ ਆਫ ਲਰਨਰਸ, ਕਿ ਸਿਖਿਆਰਥੀ ਪਾਠਕ੍ਰਮ ਦੇ ਵਿੱਚ ਆਪਣਾ ਬੁਨਿਆਦੀ ਜਿਹੜਾ ਯੋਗਦਾਨ ਨੇ ਉਹ ਪਾਉਂਦੇ ਨੇ। ਤਾਂ ਉਹ ਕਿਹੜੀਆਂ ਵਿਸ਼ੇਸ਼ਤਾਵਾਂ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਪਾਠਕ੍ਰਮ ਹੈ ਉਹ ਬਣਾਇਆ ਜਾਂਦਾ। ਸਭ ਤੋਂ ਪਹਿਲਾਂ ਹੈਗੀ ਹੈ ਏਜ। ਤਾਂ ਸਿਖਿਆਰਥੀ ਦੀ ਜਿਹੜੀ ਏਜ ਹੈ ਉਹ ਕਿੰਨੀ ਹੈ, ਉਸ ਏਜ ਦੇ ਅਕੋਰਡਿੰਗ ਵਿਦਿਆਰਥੀ ਹੈ ਜਿਹੜਾ ਉਹ ਕੀ ਪੜ੍ਹ ਸਕਦਾ ਹੈ, ਕਿੰਨਾ ਪੜ੍ਹ ਸਕਦਾ ਹੈ। ਤਾਂ ਇਸ ਨੂੰ ਆਧਾਰ ਰੱਖ ਕੇ ਹੀ ਜਿਹੜਾ ਪਾਠਕ੍ਰਮ ਹੈ ਉਹ ਬਣਾਇਆ ਜਾਂਦਾ ਹੈ। ਨੈਕਸਟ ਹੈਗਾ ਜੈਂਡਰ ਦੇ ਅਕੋਰਡਿੰਗ, ਕਿ ਇੱਕ ਔਰਤ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹੀਆਂ ਸਮੱਸਿਆਵਾਂ ਆ ਸਕਦੀਆਂ ਨੇ ਅਤੇ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਕਿਵੇਂ ਕਰ ਸਕਦੀ ਹੈ। ਤਾਂ ਇਸ ਦੇ ਆਧਾਰ 'ਤੇ ਵੀ ਜਿਹੜੀ ਵੱਖਰੀ ਜਿਹੜੀ ਹੈਗੀ ਹੈ ਜੈਂਡਰ ਦੇ ਆਧਾਰ 'ਤੇ ਸਿੱਖਿਆ ਸ਼ਾਮਲ ਕੀਤੀ ਗਈ ਹੈ। ਨੈਕਸਟ ਹੈਗਾ ਉਸ ਦਾ ਮੈਂਟਲ ਡਿਵੈਲਪਮੈਂਟ, ਕਿ ਬੱਚੇ ਦਾ ਜਿਹੜਾ ਆਈਕਿਊ ਲੈਵਲ ਹੈ ਉਹ ਕਿੰਨਾ ਹੈ, ਉਹ ਕਿੰਨਾ ਕੁ ਸਮਝਣ ਦੇ ਸਮਰੱਥ ਹੈ, ਕਿੰਨੀਆਂ ਕੁ ਚੀਜ਼ਾਂ ਨੂੰ ਈਜ਼ੀਲੀ ਜਿਹੜਾ ਸਮਝ ਸਕਦਾ ਹੈ। ਤਾਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਪਾਠਕ੍ਰਮ ਹੈ ਜਿਹੜਾ ਉਹ ਬਣਾਇਆ ਜਾਂਦਾ। ਉਸ ਦਾ ਕਲਚਰਲ ਬੈਕਗਰਾਊਂਡ ਕਿਵੇਂ ਦਾ ਹੈ, ਉਸ ਨੂੰ ਮੁੱਖ ਰੱਖ ਕੇ ਪਾਠਕ੍ਰਮ ਬਣਾਇਆ ਜਾਂਦਾ ਹੈ। ਬੱਚੇ ਦੇ ਇੰਟਰਸਟ ਕਿਹੋ ਜਿਹੇ ਨੇ, ਉਸ ਦੀਆਂ ਇੱਛਾਵਾਂ ਕੀ ਨੇ, ਆਪਣਾ ਵਿਦਿਆਰਥੀ ਹੈ ਜੋ ਇੱਕ ਲਰਨਰ ਹੈ ਉਹ ਪੜ੍ਹ ਰਿਹਾ ਹੈ, ਉਸ ਦਾ ਕੀ ਉਦੇਸ਼ ਹੈ, ਕਿਸ ਉਦੇਸ਼ ਨੂੰ ਮੁੱਖ ਰੱਖ ਕੇ ਬੱਚਾ ਪੜ੍ਹ ਰਿਹਾ ਹੈ। ਤਾਂ ਉਹ ਸਾਰਾ ਕੁਛ ਕੀ ਹੈ ਪਾਠਕ੍ਰਮ ਦੇ ਵਿੱਚ ਸ਼ਾਮਲ ਹੁੰਦਾ। ਤਾਂ ਇਸ ਤਰ੍ਹਾਂ ਵਿਦਿਆਰਥੀਆਂ ਦੀਆਂ ਯੋਗਤਾਵਾਂ, ਉਸ ਦੀਆਂ ਇੰਟਰਸਟ, ਉਸ ਦੇ ਅਨੁਭਵ, ਉਸ ਦੀਆਂ ਰੁਚੀਆਂ
ਤਾਂ ਇਹਨਾਂ ਸਾਰਿਆਂ ਨੂੰ ਕੀ ਹੈ ਪਾਠਕ੍ਰਮ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਤਾਂ ਨੈਕਸਟ ਆਪਾਂ ਕਰਦੇ ਹਾਂ ਕਿ ਇੱਕ ਟੀਚਰ ਦਾ ਪਾਠਕ੍ਰਮ ਕਰਿਕੂਲਮ ਨੂੰ ਬਣਾਉਣ ਦੇ ਵਿੱਚ ਕੀ ਯੋਗਦਾਨ ਹੋ ਸਕਦਾ ਹੈ। ਦੇਖੋ, ਪਾਠਕ੍ਰਮ ਵਿੱਚ ਅਧਿਆਪਕ ਇੱਕ ਅਜਿਹਾ ਹਿੱਸੇਦਾਰ ਹੈ ਜਿਸ ਨੂੰ ਪਾਠ ਨਿਰਮਾਣ ਜਾਂ ਪ੍ਰਵਰਤਨ ਦੀ ਕਿਰਿਆ ਦੇ ਵਿੱਚ ਹਿੱਸਾ ਲੈਣ ਤੋਂ ਵਰਜਿਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇੱਕ ਅਧਿਆਪਕ ਕੋਲੇ ਇੱਕ ਵਧੀਆ ਐਕਸਪੀਰੀਅੰਸ ਹੈ ਕਿ ਉਸ ਨੂੰ ਜਿਹੜਾ ਵਿਦਿਆਰਥੀਆਂ ਦਾ ਜਿਹੜਾ ਪਾਠਕ੍ਰਮ ਹੈ ਉਹ ਕਿਵੇਂ ਦਾ ਹੋਣਾ ਚਾਹੀਦਾ ਹੈ, ਤਾਂ ਉਸ ਦੇ ਵਿੱਚ ਕਿਵੇਂ ਦੀ ਚੇਂਜ ਹੈ ਜਿਹੜੀ ਉਹ ਸਮੇਂ ਦੀ ਅਕੋਰਡਿੰਗ ਹੋਣੀ ਚਾਹੀਦੀ ਹੈ, ਸਮਕਾਲੀ ਸਥਿਤੀਆਂ ਦੇ ਅਨੁਸਾਰ ਉਸ ਕਰਿਕੂਲਮ ਦੇ ਵਿੱਚ ਕੀ ਚੇਂਜ ਆਉਣਾ ਚਾਹੀਦਾ। ਤਾਂ ਇਹ ਸਾਰਾ ਕੁਝ ਕੀ ਹੈ ਅਧਿਆਪਕ ਨੂੰ ਪਤਾ ਹੁੰਦਾ ਹੈ, ਤਾਂ ਅਧਿਆਪਕ ਕੀ ਹੈ ਉਸ ਪਾਠਕ੍ਰਮ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ। ਤਾਂ ਸਭ ਤੋਂ ਪਹਿਲਾ ਪੁਆਇੰਟ ਹੈਗਾ ਇਨਵੋਲਵਮੈਂਟ, ਕਿ ਪਾਠਕ੍ਰਮ ਨੂੰ ਬਣਾਉਣ ਦੇ ਵਿੱਚ ਅਧਿਆਪਕ ਦੀ ਸਹਿਭਾਗਤਾ ਹੈ ਜਿਹੜੀ ਉਹ ਕਿੰਨੀ ਹੈ, ਕਿਉਂਕਿ ਇੱਕ ਅਧਿਆਪਕ ਦਾ ਕਾਰਜ ਕੀ ਹੈ, ਉਸ ਨੇ ਪਾਠਕ੍ਰਮ ਨੂੰ ਬਣਾਉਣਾ ਵੀ ਹੁੰਦਾ ਹੈ ਅਤੇ ਵਿਦਿਆਰਥੀਆਂ ਦੇ ਉੱਤੇ ਲਾਗੂ ਵੀ ਕਰਨਾ ਹੁੰਦਾ ਹੈ। ਤਾਂ ਇਸ ਤਰ੍ਹਾਂ ਅਧਿਆਪਕ ਨੂੰ ਆਦਰਸ਼ ਰੂਪ ਵਿੱਚ ਪਾਠਕ੍ਰਮ ਦੀ ਯੋਜਨਾਬੰਦੀ ਅਤੇ ਨਿਰਮਾਣ ਦੀ ਹਰੇਕ ਅਵਸਥਾ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂਕਿ ਇੱਕ ਅਧਿਆਪਕ ਨੂੰ ਪਤਾ ਹੁੰਦਾ ਹੈ ਕਿ ਬੱਚੇ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਐਂਡ ਉਸ ਦੀਆਂ ਜਿਹੜੀਆਂ ਸਮਕਾਲੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਪਾਠਕ੍ਰਮ ਦੇ ਵਿੱਚ ਕਿਵੇਂ ਦਾ ਚੇਂਜ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ। ਉਹਨਾਂ ਦੀ ਸਹਾਇਤਾ ਪਾਠਕ੍ਰਮ ਪੈਕੇਜ ਅਤੇ ਸੋਮਿਆਂ ਦੇ ਡਿਜ਼ਾਈਨ ਸੰਕਲਪੀਕਰਨ ਦੇ ਵਿਕਾਸ ਲਈ ਪ੍ਰਾਪਤ ਕਰਨੀ, ਉਹਨਾਂ ਦੀ ਸਹਾਇਤਾ ਸਿੱਖਿਆ ਵਾਤਾਵਰਨ ਦਾ ਡਿਜ਼ਾਈਨ ਤਿਆਰ ਕਰਨਾ ਕਿ ਸਿੱਖਿਆ ਦਾ ਜਿਹੜਾ ਮਾਹੌਲ ਹੈ ਉਹ ਕਿਹੋ ਜਿਹੇ ਕਰਿਕੂਲਮ ਦੇ ਨਾਲ ਪੈਦਾ ਹੋ ਸਕਦਾ ਹੈ। ਉਹ ਆਮ ਲੋਕਾਂ ਵਿੱਚ ਨਵੇਂ ਪਾਠ ਪ੍ਰੋਜੈਕਟਾਂ ਬਾਰੇ ਸੰਵਾਦ ਅਤੇ ਗੱਲਬਾਤ ਕਰ ਸਕਦੇ ਨੇ, ਜਿਹੜੇ ਕਰੰਟ ਜਿਹੜੇ ਟੌਪਿਕ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਨੇ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਉਹ ਇੱਕ ਅਧਿਆਪਕ ਨੂੰ ਹੁੰਦੀ ਹੈ। ਉਸ ਤੋਂ ਇਲਾਵਾ ਅਨੇਕਾਂ ਹੋਰ ਰੋਲਸ ਨੇ ਜਿਹੜਾ ਇੱਕ ਅਧਿਆਪਕ ਕਰਦਾ ਹੈ। ਤਾਂ ਸਭ ਤੋਂ ਪਹਿਲਾਂ ਹੈਗਾ ਪਾਠਕ੍ਰਮ ਯੋਜਨਾਕਾਰ, ਕਰਿਕੂਲਮ ਪਲੈਨਰ। ਤਾਂ ਕੰਮ ਅਧਿਆਪਕ ਨੇ ਕੀ ਕਰਨਾ ਹੈ, ਪਾਠਕ੍ਰਮ ਨੂੰ ਲਾਗੂ ਕਰਨ ਦੇ ਰੂਪ ਵਿੱਚ ਪਾਠਕ੍ਰਮ ਦੀ ਜਿਹੜੀ ਅਸਲੀ ਸ਼ੋਅ ਪ੍ਰਦਾਨ ਕਰਨ ਦੇ ਯੋਗ ਹੁੰਦੇ ਨੇ, ਕਿਉਂਕਿ ਅਧਿਆਪਕਾਂ ਨੇ ਹੀ ਇਹ ਪਾਠਕ੍ਰਮ ਹੈ ਜਿਹੜਾ ਉਹ ਬੱਚਿਆਂ ਨੂੰ ਪੜ੍ਹਾਉਣਾ ਹੁੰਦਾ ਹੈ। ਤਾਂ ਉਹ ਆਪਣੇ ਅਨੁਸਾਰ ਹੀ ਜਿਹੜਾ ਪਾਠਕ੍ਰਮ ਬਣਾਉਂਦੇ ਨੇ ਤਾਂ ਕਿ ਉਹ ਆਪਣੀਆਂ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਉਸ ਦੇ ਵਿੱਚ ਸ਼ਾਮਲ ਕਰ ਸਕਣ। ਪਾਠਕ੍ਰਮ ਲਾਗੂ ਕਰਤਾ, ਕਿਉਂਕਿ ਪਾਠਕ੍ਰਮ ਹੈ ਜਿਹੜਾ ਕਰਿਕੂਲਮ ਹੈ ਉਹ ਵਿਦਿਆਰਥੀਆਂ ਦੇ ਉੱਤੇ ਲਾਗੂ ਅਧਿਆਪਕ ਦੁਆਰਾ ਕੀਤਾ ਜਾਂਦਾ ਹੈ। ਪਾਠਕ੍ਰਮ ਮੁਲਾਂਕਣ ਕਰਤਾ, ਕਿ ਮੁਲਾਂਕਣ ਕਿ ਜਿਹੜਾ ਇਹ ਪਾਠਕ੍ਰਮ ਹੈ ਉਹ ਕਿਸ ਹੱਦ ਤੱਕ ਬੱਚਿਆਂ ਦੇ ਲਈ ਸਹਾਈ ਹੈ, ਕਿ ਬੱਚਿਆਂ ਦੇ ਵਿੱਚ ਇੰਪਰੂਵਮੈਂਟ ਕਰਨ ਦੇ ਲਈ, ਉਹਨਾਂ ਨੂੰ ਸਮਾਜ ਦੇ ਵਿੱਚ ਐਡਜਸਟਮੈਂਟ ਕਰਨ ਦੇ ਲਈ ਜਾਂ ਉਹਨਾਂ ਦਾ ਜਿਹੜੀਆਂ ਸਮਕਾਲੀ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਜੂਝਣ ਦੇ ਲਈ ਕੀ ਇਹ ਪਾਠਕ੍ਰਮ ਹੈ ਜਿਹੜਾ ਕਰਿਕੂਲਮ ਹੈ ਸਹਾਈ ਹੋ ਸਕਦਾ। ਤਾਂ ਇਹ ਸਾਰਾ ਕੁਝ ਕੀ ਹੈ ਇੱਕ ਅਧਿਆਪਕ ਨੂੰ ਪਤਾ ਹੁੰਦਾ। ਪਾਠਕ੍ਰਮ ਅਗਵਾਈਕਾਰ, ਸਿੱਖਿਆ ਖੇਤਰ ਦੇ ਵਿੱਚ ਜਿਹੜਾ ਇੱਕ ਟੀਚਰ ਹੈ ਉਹ ਐਜ਼ ਏ ਲੀਡਰ, ਐਜ਼ ਏ ਗਾਈਡੈਂਸ ਦੇ ਤੌਰ 'ਤੇ ਜਿਹੜਾ ਕੰਮ ਹੈ, ਗਾਈਡ ਦੇ ਤੌਰ 'ਤੇ ਕੰਮ ਹੈ ਜਿਹੜਾ ਉਹ ਕਰਦਾ ਹੈ। ਕਹਿੰਦੇ ਜਦੋਂ ਤੱਕ ਪਾਠਕ੍ਰਮ ਨਿਰਮਾਣ ਦੀ ਪ੍ਰਕਿਰਿਆ ਦਾ ਕੇਂਦਰੀਕਰਨ ਸੀ, ਸੈਂਟਰਲਾਈਜੇਸ਼ਨ ਸੀ, ਉਦੋਂ ਕੀ ਸੀ ਪਾਠਕ੍ਰਮ ਦਾ ਜਿਹੜਾ ਮੁੱਖ ਕੰਮ ਸੀਗਾ ਉਹ ਸਰਕਾਰ ਦੁਆਰਾ ਹੀ ਜਿਹੜਾ ਪਾਠਕ੍ਰਮ ਬਣਾਇਆ ਜਾਂਦਾ ਸੀ, ਲਾਗੂ ਕੀਤਾ ਜਾਂਦਾ ਸੀ। ਪਰ ਅਜੋਕੀ ਜਿਹੜੀ ਨੀਤੀ ਡੀਸੈਂਟਰਾਈਜੇਸ਼ਨ ਜਿਹਦੇ ਵਿੱਚ ਕੀ ਹੈ ਅਧਿਆਪਕ, ਵਿਦਿਆਰਥੀ, ਉਹਨਾਂ ਦੇ ਪੇਰੈਂਟਸ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਪਾਠਕ੍ਰਮ ਹੈ ਜਿਹੜਾ ਉਹ ਬਣਾਇਆ ਜਾਂਦਾ। ਤਾਂ ਇਸ ਸੰਬੰਧੀ ਪਾਠਕ੍ਰਮ ਨਿਰਮਾਣ ਦੀ ਪ੍ਰਕਿਰਿਆ ਵਿੱਚ ਅਧਿਆਪਕ ਦੀ ਭੂਮਿਕਾ ਬਾਰੇ ਦਾਰਜੀ ਤੇ ਪਟੇਲ ਕਹਿੰਦੇ ਨੇ ਕਿ ਅਧਿਆਪਕ ਪਾਠਕ੍ਰਮ ਦੇ ਕੇਂਦਰ ਵਿੱਚ ਹੁੰਦਾ, ਵਧੇਰੇ ਕਰਕੇ ਉਹ ਅਧਿਆਪਕ ਹੀ ਹੁੰਦਾ ਜੋ ਸ਼੍ਰੇਣੀ ਕਮਰਿਆਂ ਵਿੱਚ ਵਾਪਰਦੇ ਅਸਲ ਅਨੁਭਵਾਂ ਨੂੰ ਦੇਖਦਾ, ਸਕੂਲ ਦੇ ਖੇਡ ਮੈਦਾਨਾਂ ਵਿਚਲੇ ਬੱਚਿਆਂ ਦੇ ਵਿਹਾਰਾਂ ਨੂੰ ਨਿਸ਼ਚਿਤ ਕਰਦਾ ਅਤੇ ਸਮਝਦਾ। ਇਸ ਲਈ ਪਾਠਕ੍ਰਮ ਯੋਜਨਾ ਦੇ ਵਿੱਚ ਅਧਿਆਪਕ ਦਾ ਇੱਕ ਜਿਹੜਾ ਰੋਲ ਹੈ ਉਹ ਬਹੁਤ ਹੀ ਮਹੱਤਵਪੂਰਨ ਹੈ। ਐਕਟਿਵ ਪਾਰਟੀਸਪੇਟੇਸ਼ਨ, ਤਾਂ ਅਧਿਆਪਕ ਦੀ ਪਾਠਕ੍ਰਮ ਦੇ ਨਿਰਮਾਣ ਵਿੱਚ ਸਹਾਇਤਾ ਪ੍ਰਾਪਤ ਕਰਨ ਹੇਠਲੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ, ਕਿਉਂਕਿ ਅਧਿਆਪਕ ਨੂੰ ਵਿਦਿਆਰਥੀਆਂ ਦੀਆਂ ਜਿਹੜੀਆਂ ਲੋੜਾਂ ਹੁੰਦੀਆਂ ਨੇ, ਸਮੱਸਿਆਵਾਂ ਹੁੰਦੀਆਂ ਨੇ, ਉਹਨਾਂ ਬਾਰੇ ਜਾਣਕਾਰੀ ਹੁੰਦੀ ਹੈ। ਇਸ ਆਧਾਰ 'ਤੇ ਹੀ ਉਹ ਪਾਠਕ੍ਰਮ ਹੈ ਜਿਹੜਾ ਉਹ ਬਣਾਉਂਦੇ ਨੇ। ਅਤੇ ਇਸ ਤੋਂ ਇਲਾਵਾ ਅਧਿਆਪਕ ਕੀ ਹੈ ਸ਼੍ਰੇਣੀ ਕਮਰੇ ਦੇ ਵਿੱਚ ਆਪਣੀ ਕਲਾਸ ਦੇ ਵਿੱਚ ਜੋ ਮਾਹੌਲ, ਜੋ ਅਨੁਭਵ ਉਸ ਨੂੰ ਪ੍ਰਾਪਤ ਹੁੰਦਾ ਹੈ ਉਸ ਦੇ ਆਧਾਰ 'ਤੇ ਹੀ ਉਹ ਪਾਠਕ੍ਰਮ ਨਿਰਮਾਣ ਕਰਦੇ ਨੇ। ਪਾਠਕ੍ਰਮ ਦੇ ਵਿੱਚ ਪਰਿਵਰਤਨ ਲਈ ਮੌਜੂਦਾ ਅਧਿਆਪਕਾਂ ਦੀਆਂ ਸਮਰੱਥਾਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਜਿਹੜਾ ਇੱਕ ਟੀਚਰ ਹੈ ਉਸ ਦਾ ਪਾਠਕ੍ਰਮ ਦੇ ਵਿੱਚ ਬਣਾਉਣ ਦੇ ਵਿੱਚ ਜਿਹੜਾ ਰੋਲ ਹੈ। ਨੈਕਸਟ ਹੈਗਾ ਤਜਰਬੇਕਾਰ ਅਧਿਆਪਕਾਂ ਵੱਲੋਂ ਨਿਵੇਸ਼।
ਤਾਂ ਅਧਿਆਪਕਾਂ ਦੀ ਭੂਮਿਕਾ ਸਿੱਖਿਆ ਖੇਤਰ ਦੇ ਵਿੱਚ ਨਵੀਨ ਤਕਨੀਕੀ ਦੇ ਸੰਦਰਭ ਦੇ ਵਿੱਚ ਵੱਖ-ਵੱਖ ਕੋਰਸਾਂ ਦੇ ਭਾਗਾਂ ਨੂੰ ਪ੍ਰਭਾਵਿਤ ਤੇ ਨਿਸ਼ਚਿਤ ਕਰਨ ਦੁਆਲੇ ਘੁੰਮਦੀ ਹੈ ਕਿ ਇੱਕ ਅਧਿਆਪਕ ਹੈ ਜਿਹੜਾ ਉਹ ਪਾਠਕ੍ਰਮ ਨਿਰਮਾਣ ਕਰਦਾ ਹੈ ਤੇ ਉਸ ਨੂੰ ਲਾਗੂ ਵੀ ਕਰਦਾ ਹੈ। ਤਾਂ ਇਸ ਤਰ੍ਹਾਂ ਜਦੋਂ ਤੱਕ ਇੱਕ ਵਧੀਆ ਐਕਸਪਰਟ ਜਿਹੜਾ ਟੀਚਰ ਹੈ ਉਹ ਪਾਠਕ੍ਰਮ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਊਗਾ, ਉਦੋਂ ਤੱਕ ਉਹ ਜਿਹੜਾ ਪਾਠਕ੍ਰਮ ਹੈ, ਕਰਿਕੂਲਮ ਹੈ, ਉਹ ਸਫਲ ਨਹੀਂ ਹੋਊਗਾ। ਤਾਂ ਸਾਡੇ ਦੇਸ਼ ਦੇ ਵਿੱਚ ਲੋਕਤੰਤਰੀ ਸਿੱਖਿਆ ਪ੍ਰਸ਼ਾਸਨ ਦੀ ਲੋੜ ਹੈ ਅਤੇ ਸਿੱਖਿਆ ਦੇ ਵਿੱਚ ਤਾਨਾਸ਼ਾਹੀ ਝੁਕਾਓ ਨੂੰ ਛੱਡ ਕੇ ਲੋਕਤੰਤਰੀ ਜਿਹੜਾ ਵਾਤਾਵਰਨ ਹੈ ਉਹ ਜ਼ਰੂਰੀ ਹੈ। ਤਾਂ ਇਸ ਦੇ ਲਈ ਇੱਕ ਵਧੀਆ ਜਿਹੜਾ ਅਧਿਆਪਕ ਹੈ ਜਿਸ ਦੇ ਕੋਲੇ ਵਧੀਆ ਤਜਰਬਾ ਹੈ ਉਹ ਹੀ ਇਸ ਪਾਠਕ੍ਰਮ ਨੂੰ ਬਣਾਉਣ ਦੇ ਵਿੱਚ ਆਪਣਾ ਜਿਹੜਾ ਕਿਰਿਆਸ਼ੀਲ ਭੂਮਿਕਾ ਹੈ ਉਹ ਨਿਭਾ ਸਕਦਾ ਹੈ ਅਤੇ ਆਪਣੇ ਰਾਸ਼ਟਰ ਦੇ ਅਤੇ ਸਮਾਜ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਤੋਂ ਜਾਣੂ ਹੁੰਦਾ ਹੈ ਇੱਕ ਅਧਿਆਪਕ, ਅਤੇ ਉਹਨਾਂ ਸਮੱਸਿਆਵਾਂ ਦੇ ਨਾਲ ਕਿਸ ਤਰ੍ਹਾਂ ਜੂਝਣਾ ਹੈ। ਤਾਂ ਇਹ ਸਾਰਾ ਕੁਛ ਕੀ ਹੈ ਅਧਿਆਪਕ ਨੂੰ ਪਤਾ ਹੁੰਦਾ। ਤਾਂ ਇਸ ਆਧਾਰ 'ਤੇ ਹੀ ਇੱਕ ਅਧਿਆਪਕ ਹੈ ਜਿਹੜਾ ਉਹ ਇੱਕ ਵਧੀਆ ਪਾਠਕ੍ਰਮ ਹੈ ਜਿਹੜਾ ਉਹ ਬਣਾ ਸਕਦਾ ਹੈ। ਨੈਕਸਟ ਆਪਾਂ ਜਿਹੜਾ ਕਰਨਾ ਉਹ ਹੈਗਾ ਪਾਠਕ੍ਰਮ ਦੇ ਵਿੱਚ ਮਾਪੇ ਇੱਕ ਹਿੱਸੇਦਾਰ ਵਜੋਂ, ਪੇਰੈਂਟਸ ਐਜ਼ ਏ ਸਟੇਕ ਹੋਲਡਰਸ ਇਨ ਕਰਿਕੂਲਮ, ਕਿ ਮਾਪਿਆਂ ਦਾ ਕੀ ਯੋਗਦਾਨ ਹੋ ਸਕਦਾ ਹੈ ਪਾਠਕ੍ਰਮ ਦੇ ਵੀ ਬਣਾਉਣ ਦੇ ਵਿੱਚ। ਤਾਂ ਮਾਪਿਆਂ ਦੀ ਪਾਠਕ੍ਰਮ ਤੋਂ ਕੁਝ ਇੱਛਾਵਾਂ ਅਤੇ ਸੰਭਾਵਨਾਵਾਂ ਹੁੰਦੀਆਂ ਨੇ। ਤਾਂ ਜਿਹੜੇ ਪੇਰੈਂਟਸ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਉਹਨਾਂ ਦੇ ਬੱਚੇ ਨੇ ਜਿਹੜਾ ਉਹਨਾਂ ਦੀ ਆਲਰਾਊਂਡ ਡਿਵੈਲਪਮੈਂਟ ਹੋਵੇ, ਉਹਨਾਂ ਦਾ ਪਾਠਕ੍ਰਮ ਇੱਦਾਂ ਦਾ ਹੋਵੇ ਕਿ ਜਿਸ ਦੇ ਨਾਲ ਸਾਡਾ ਬੱਚਾ ਹੈ ਜਿਹੜਾ ਉਹ ਤਰੱਕੀਆਂ ਕਰ ਸਕੇ। ਤਾਂ ਇਸ ਤਰ੍ਹਾਂ ਰੋਲ ਆਫ ਪੇਰੈਂਟਸ, ਤਾਂ ਜਦੋਂ ਪਾਠਕ੍ਰਮ ਬਣਾਇਆ ਜਾਂਦਾ ਹੈ ਤਾਂ ਇਸ ਦੇ ਵਿੱਚ ਜਿਹੜੇ ਮਾਪਿਆਂ ਦੀ ਜਿਹੜੀ ਹਿੱਸੇਦਾਰੀ ਹੈ ਉਸ ਨੂੰ ਵੀ ਅਸੀਂ ਜਿਹੜਾ ਅਣਗੌਲਿਆ ਹੈ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕੁਝ ਪੜ੍ਹੇ ਲਿਖੇ ਪੇਰੈਂਟਸ ਜਿਹੜੇ ਪਾਠਕ੍ਰਮ ਨਿਰਮਾਣ ਅਤੇ ਸਿਲੇਬਸ ਕਮੇਟੀਆਂ ਦੇ ਮੈਂਬਰ ਹੁੰਦੇ ਨੇ, ਜੇਕਰ ਉਹ ਇਸ ਯੋਗ ਹੋਣ ਤਾਂ ਉਹਨਾਂ ਨੂੰ ਪਾਠ ਪੁਸਤਕਾਂ ਦੇ ਲਿਖਣ ਦੇ ਵਿੱਚ ਵੀ ਸੰਬੰਧਿਤ ਕੀਤਾ ਜਾ ਸਕਦਾ ਹੈ। ਸਿਲੇਬਸ ਅਤੇ ਪਾਠਕ੍ਰਮ ਨੂੰ ਆਖਰੀ ਰੂਪ ਦੇਣ ਤੋਂ ਪਹਿਲਾਂ ਇਸ ਦੀ ਰੂਪਰੇਖਾ ਹੈ ਜਿਹੜੀ ਉਹ ਕਹਿੰਦੇ ਵੀ ਸਾਰੇ ਅਧਿਆਪਕਾਂ ਨੂੰ ਭੇਜਣੀ ਚਾਹੀਦੀ, ਜਿਹੜੇ ਆਪਣੇ ਪੇਰੈਂਟਸ ਹੁੰਦੇ ਨੇ ਉਹਨੂੰ ਭੇਜਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਰਾਏ ਪੁੱਛਣੀ ਚਾਹੀਦੀ ਹੈ ਤਾਂ ਜੋ ਆਪਣੀ ਰਾਏ ਹੈ ਉਹ ਪਾਠਕ੍ਰਮ ਦੇ ਵਿੱਚ ਦੇ ਸਕਣ। ਕੁਝ ਮਾਪਿਆਂ ਨੂੰ ਜਿਹੜੀ ਇਵੈਲੂਏਸ਼ਨ ਕਮੇਟੀ ਹੈ ਉਸ ਦੇ ਲਈ ਵੀ ਨਿਯੁਕਤ ਕੀਤਾ ਜਾ ਸਕਦਾ ਹੈ। ਨੈਕਸਟ ਹੈਗਾ ਸਪੋਰਟ ਐਂਡ ਇਨਫਲੂਐਂਸ, ਸਹਾਇਤਾ ਅਤੇ ਪ੍ਰਭਾਵ। ਕਹਿੰਦੇ ਜਿਹੜੇ ਪੇਰੈਂਟਸ ਨੇ ਉਹ ਆਰਥਿਕ ਸੋਮਿਆਂ ਦੁਆਰਾ, ਭਾਵ ਜਿਹੜੀ ਫੀਸ ਹੈ ਉਹ ਪੇਰੈਂਟਸ ਦੁਆਰਾ ਹੀ ਦਿੱਤੀ ਜਾਂਦੀ ਹੈ, ਤਾਂ ਪਾਠਕ੍ਰਮ ਨੂੰ ਲਾਗੂ ਕਰਨ ਵਿੱਚ ਸਹਾਇਕ ਅਤੇ ਪ੍ਰਭਾਵਿਕਤਾ ਪ੍ਰਦਾਨ ਕਰਦੇ ਨੇ। ਅਤੇ ਇਸ ਤੋਂ ਇਲਾਵਾ ਉਹ ਪਾਠਕ੍ਰਮ ਦੇ ਲਾਗੂ ਕਰਨ ਦੇ ਵਿੱਚ ਜਿਹੜੀ ਹੈ ਉਸ ਦੀ ਦੇਖ ਰੇਖ ਅਤੇ ਉਸ ਦਾ ਇਵੈਲੂਏਸ਼ਨ ਹੈ ਜਿਹੜਾ ਉਹ ਕਰਦੇ ਨੇ। ਇਸ ਲਈ ਉਹਨਾਂ ਨੂੰ ਸਕੂਲ ਵਿੱਚ ਪੜ੍ਹਾਏ ਗਏ ਪਾਠ, ਸਿਲੇਬਸ, ਸਿੱਖਿਆ ਵਿਧੀਆਂ ਅਤੇ ਘਰ ਦਾ ਕੰਮ ਆਦਿ ਬਾਰੇ ਬੱਚਿਆਂ ਕੋਲੋਂ ਜਾਣਕਾਰੀ ਹੈ ਜਿਹੜੀ ਉਹ ਪ੍ਰਾਪਤ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਸਾਡੇ ਬੱਚੇ ਨੇ ਉਹ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਪਾਠਕ੍ਰਮ ਹੈ। ਅਤੇ ਜੇਕਰ ਉਹਨਾਂ ਨੂੰ ਲੱਗੇ ਕਿ ਉਹਨਾਂ ਦਾ ਜਿਹੜਾ ਸਿਲੇਬਸ ਹੈ ਠੀਕ ਨਹੀਂ ਹੈ, ਉਹਨਾਂ ਦੇ ਬੱਚਿਆਂ ਦੀਆਂ ਲੋੜਾਂ ਦੇ ਅਨੁਕੂਲ ਨਹੀਂ ਹੈ, ਤਾਂ ਉਸ ਦੇ ਵਿੱਚ ਚੇਂਜ ਕਰਨ ਦੇ ਲਈ ਜਿਹੜੀਆਂ ਸਿਫਾਰਿਸ਼ਾਂ ਨੇ ਉਹਨਾਂ ਨੂੰ ਭੇਜਣੀਆਂ ਚਾਹੀਦੀਆਂ ਨੇ। ਅਤੇ ਇਸ ਤੋਂ ਇਲਾਵਾ ਮਾਪੇ, ਬੱਚਿਆਂ ਦੇ ਸਕੂਲ ਅਤੇ ਪ੍ਰਸ਼ਾਸਨ ਵਿਚਕਾਰਲੀ ਜਿਹੜੀ ਦੂਰੀ ਹੈ ਉਸ ਨੂੰ ਵੀ ਘੱਟ ਕਰਨਾ ਚਾਹੀਦਾ ਹੈ, ਕਿਉਂਕਿ ਇੱਕ ਪੇਰੈਂਟਸ ਨੂੰ ਵੀ ਉਸ ਦਾ ਜਿਹੜਾ ਹੱਕ ਹੈ ਜਿਹੜਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਜਿਹੜੀ ਕਾਰਗੁਜ਼ਾਰੀ ਹੈ ਉਸ ਨੂੰ ਚੈੱਕ ਕਰ ਸਕੇ। ਅਤੇ ਜੇਕਰ ਉਸ ਨੂੰ ਲੱਗੇ ਕਿ ਇਸ ਦੇ ਵਿੱਚ ਕੋਈ ਵੀਕਨੈਸ ਹੈ ਤਾਂ ਇਸ ਤੋਂ ਉਹ ਨਾ ਖੁਸ਼ ਹੈ ਤਾਂ ਉਹ ਆਪਣੇ ਬੱਚਿਆਂ ਦੇ ਸਕੂਲ ਦੇ ਵਿੱਚ ਜਾ ਕੇ ਜਿਹੜੇ ਸਕੂਲ ਦਾ ਪ੍ਰਸ਼ਾਸਨ ਹੈ ਉਸ ਨੂੰ ਇਸ ਸੰਬੰਧੀ ਜਿਹੜੀ ਪੁੱਛ ਪੜਤਾਲ ਹੈ, ਜਿਹੜਾ ਇਸ ਦੀ ਇਵੈਲੂਏਸ਼ਨ ਹੈ ਉਹ ਕਰ ਸਕੇ। ਨੈਕਸਟ ਹੈਗਾ ਪੇਰੈਂਟਸ ਐਸੋਸੀਏਸ਼ਨ 'ਚ ਮਾਪੇ ਆਪਣੇ ਆਪ ਨੂੰ ਮਾਪੇ ਸੰਸਥਾਵਾਂ ਦੇ ਰੂਪ ਵਿੱਚ ਸੰਗਠਿਤ ਕਰ ਸਕਦੇ ਨੇ, ਭਾਵ ਉਹ ਇੱਕ ਟੀਮ ਹੈ ਜਿਹੜੀ ਉਹ ਬਣਾ ਸਕਦੇ ਨੇ ਜਿਸ ਦੇ ਵਿੱਚ ਉਹ ਬਣਾਏ ਜਾਂਦੇ ਪਾਠਕ੍ਰਮ ਦੇ ਸੰਬੰਧਿਤ ਸੁਝਾਅ, ਪਾਠਕਾਂ ਨਿਰਮਾਣ ਨਾਲ ਸੰਬੰਧਿਤ ਜਿਹੜੀਆਂ ਉਸ ਦੇ ਵਿੱਚ ਗੱਲਾਂ ਨੇ ਤਾਂ ਉਹ ਸ਼ਾਮਲ ਕੀਤੀਆਂ ਜਾ ਸਕਦੀਆਂ ਨੇ। ਤਾਂ ਇਸ ਦੇ ਨਾਲ ਕੀ ਹੈ ਇੱਕ ਵਧੀਆ ਪਾਠਕ੍ਰਮ ਦਾ ਵਿਕਾਸ ਜਾਂ ਨਿਰਮਾਣ ਹੈ ਜਿਹੜਾ ਉਹ ਹੋ ਸਕਦਾ ਹੈ, ਜਿਹੜਾ ਇੱਕ ਬੱਚਿਆਂ ਦੇ ਜਿਹੜੀਆਂ ਉਹਨਾਂ ਦੇ ਜਿਹੜੇ ਇੰਟਰਸਟ ਨੇ, ਉਹਨਾਂ ਦੇ ਜਿਹੜੇ ਅਨੁਭਵ ਨੇ, ਉਹਨਾਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਜਿਹੜਾ ਪਾਠਕ੍ਰਮ ਹੈ ਉਹ ਬਣਾਇਆ ਜਾ ਸਕੇ। ਤਾਂ ਇਸ ਤਰ੍ਹਾਂ ਇਹ ਅਨੇਕਾਂ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਿਸ ਦੇ ਵਿੱਚ ਟੀਚਰਸ ਆ ਗਏ, ਪੇਰੈਂਟਸ ਆ ਗਏ ਜਾਂ ਸਟੂਡੈਂਟਸ ਆ ਗਏ ਜਾਂ ਸਾਡੀ ਰਾਜਾਂ ਦੀ ਸਰਕਾਰ ਆ ਗਈ, ਤਾਂ ਇਹਨਾਂ ਸਾਰਿਆਂ ਦਾ ਕੀ ਹੈ ਪਾਠਕ੍ਰਮ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਹ ਸਾਰੀਆਂ ਏਜੰਸੀਆਂ ਨੇ ਜਿਹੜੀਆਂ ਆਪਸ ਦੇ ਵਿੱਚ ਮਿਲ ਕੇ ਪਾਠਕ੍ਰਮ ਨੂੰ ਬਣਾਉਂਦੀਆਂ ਨੇ। ਥੈਂਕ ਯੂ।